ਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਜੀਤਾ ਸਮੁੰਦ ਸਾਗਰ ਨੀਰ ਭਰਿਆ। ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ। ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ। ਭੀਤਰ ਬੱਗੈ ਕਾਤੀ ਪ੍ਰਾਣਬਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ। ਪਰ ਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਬੀਐ। ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ। ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ। ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ। ਆਪਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੱਖਣੇ ਮਹੱਲਾ ਪੰਜਵਾ। ਸੈ ਨੰਗੇ ਨਹਿ ਨੰਗ ਭੁੱਖੇ ਲੱਖ ਨਾ ਭੁੱਖਿਆ। ਦੁਖੇ ਕੋੜ ਨਾ ਦੁਖ ਨਾਨਕ ਪੀਰੀ ਪਖੰਦੋ ਸੁਭ ਦਿਸਟ। ਸੈ ਨੰਗੇ ਨਹਿ ਨੰਗ ਭੁੱਖੇ ਲੱਖ ਨਾ ਭੁੱਖਿਆ। ਦੁਖੇ ਕੋੜ ਨਾ ਦੁਖ ਨਾਨਕ ਪੀਰੀ ਪਖੰਦੋ ਸੁਭ ਦਿਸਟ। ਮਹੱਲਾ ਪੰਜਵਾ। ਸੁਖ ਸਮੂਹਾ ਭੋਗ ਭੂਮ ਸਵਾਈ ਕੋ ਧਣੀ। ਨਾਨਕ ਹੱਬੋ ਰੋਗ ਮਿਰਤਕ ਨਾਮ ਵਿਹੂਣਿਆ। ਮਹੱਲਾ ਪੰਜਵਾ।
हिक सकूं तू आहे, पछाणु भी हिक कर। नानक आसड़ी निवाहे, मानुख परथाई लजीव दो। पौड़ी निश्चल एक नारायणो, हर अगम अगाधा। निश्चल नाम निधान है, जिस सिमरत हर लादा। निश्चल कीर्तन गुण गोविंद, गुरमुख गवादा। सच धर्म तप निश्चलो, दिन रैन आराधा। दया धर्म तप निश्चलो, जिस कर्म लिखादा। निश्चल मस्तक लेख लिखिया, सो टलै ना टलादा। निश्चल संगत साध जन, बचन निश्चल गुर साधा। जिनको पूरब लिखिया, तिन सदा सदा आराधा। निश्चल संगत साध जन, बचन निश्चल गुर साधा। जिनको पूरब लिखिया, तिन सदा सदा आराधा। वाहिगुरु जी का खालसा, वाहिगुरु जी की फतेह। परम सन्मान योग, जुग हो जुग अटल, चबर छतर तख दे मालक। बाणी के बोहित, जाहरा जहूर हाजरा हजूर। सर्व कला समरथ, धन धन साहिब श्री गुरु ग्रंथ साहिब। सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे सत संगी जनों। आप जी वडभागे हो, जो दशमेश पिता गुरु कलगीधर सतगुरु, अमृत के दाते सर्वंस दानी सहबे कमाल। धन धन साहिब श्री गुरु गोबिंद सिंह महाराज जी दी चरण छो धरती, महान पवित्र अस्थान गुरुद्वारा मंजी साहिब आलमगीर विखे। अमृत बेले तो हाजरियां भर के सत संगत करके सतगुरु महाराज जी दियां खुशियां प्राप्त कर रहे हो। सहबां दे पावन दरबार दे विच अमृत बेले तो सजे हुए दीवाना विच आप जी ने हुणे ही सत्कार जो गुरु घर दे कीर्तनिया पासों श्री आसा जी की वार दे कीर्तन श्रवण कीते हैं। सुआओ गुरु सवारियो, समा है जो चल रही लड़ीवार गुरबाणी दी कथा। मारू राग दे विचों आप संगतां श्रवण करदियां आ रहीआं हन। मारू राग दे विचों दखणे दी वार दी विचार चल रही है। गुरु पातशाह दी कृपा सदका पिछलेरे दीवानां दे विच
18 ਸਲੋਕਾਂ ਤੱਕ ਸਤਿਗੁਰੂ ਜੀ ਨੇ ਵਿਚਾਰ ਆਪ ਕਿਰਪਾ ਕਰਕੇ ਕਰਵਾਈ ਸੀ। ਅੱਜ ਪਾਤਸ਼ਾਹ ਜੀ 19ਵੇਂ ਸਲੋਕ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੱਖਣੇ ਮਹੱਲਾ ਪੰਜਵਾ। ਸੈ ਨੰਗੇ ਨਹਿ ਨੰਗ, ਭੁੱਖੇ ਲੱਖ ਨ ਭੁੱਖਿਆ। ਦੁੱਖੇ ਕੋੜ ਨ ਦੁੱਖ, ਨਾਨਕ ਪਿਰੀ ਪਖੰਦੋ ਸੁਭ ਦਿਸਟ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸਲੋਕ ਸਤਿਗੁਰਾਂ ਦੇ ਪਾਵਨ ਅੰਕ 1100 ਤੋਂ ਆਰੰਭ ਹੁੰਦਾ ਹੈ ਤੇ 1101 ਤੇ ਜਾ ਕੇ ਇਸ ਪਾਵਨ ਸਲੋਕ ਦੀ ਸਮਾਪਤੀ ਹੈ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਜਿੱਥੇ ਸਤਿਗੁਰੂ ਜੀ ਪਹਿਲੇ ਸਲੋਕ ਵਿੱਚ ਸਾਨੂੰ ਇਹ ਉਪਦੇਸ਼ ਦਿੰਦੇ ਨੇ, ਜਿਹੜੇ ਪਰਮਾਤਮਾ ਦਾ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਹਨ, ਚਾਹੇ ਉਹਨਾਂ ਦੇ ਸਰੀਰ ਉੱਤੇ ਹਜ਼ਾਰਾਂ ਕਸ਼ਟ ਆ ਜਾਣ, ਦੁੱਖ ਆ ਜਾਣ, ਉਹ ਕਦੇ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਨਹੀਂ ਛੱਡਦੇ। ਉਹ ਅੱਠੇ ਪਹਿਰ ਸਾਸ ਗਰਾਸ ਦੁਆਰਾ ਪਰਮਾਤਮਾ ਦਾ ਨਾਮ ਜਪਦੇ ਨੇ। ਉਹਨਾਂ ਦੀ ਅਵਸਥਾ ਇਹੋ ਜਿਹੀ ਬਣੀ ਹੁੰਦੀ ਹੈ, ਉਹ ਪਰਮਾਤਮਾ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਹਨ ਕਿ ਵਾਹਿਗੁਰੂ ਜੇ ਸੁਖ ਦੇਹ ਤਾਂ ਤੁਝ ਹੈ ਆਰਾਧੀ, ਦੁੱਖ ਵੀ ਤੁਝੈ ਧਿਆਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਉਹਨਾਂ ਗੁਰਮੁਖਾਂ ਦੀ ਇਹ ਅਵਸਥਾ ਹੁੰਦੀ ਹੈ, ਨਾਮ ਜਪਣ ਵਾਲੀਆਂ ਰੂਹਾਂ ਦੀ, ਕਿ ਸੁੱਖ ਆ ਗਿਆ, ਸੁੱਖ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਜਦੋਂ ਦੁੱਖ ਦੀ ਘੜੀ ਆਉਂਦੀ ਹੈ ਤੇ ਦੁੱਖ ਵੇਲੇ ਵੀ ਪਰਮਾਤਮਾ ਨੂੰ ਵਿਸਾਰਦੇ ਨਹੀਂ ਹਨ, ਪਰਮਾਤਮਾ ਨੂੰ ਚੇਤੇ ਕਰਦੇ ਹਨ। ਪਰ ਜਿਹੜਾ ਗੁਰਮੁਖ ਹੈ, ਗੁਰਮੁਖ ਤਾਂ ਹਰ ਸਮੇਂ ਪਰਮਾਤਮਾ ਦੇ ਚਰਨਾਂ 'ਚ ਅਰਜ਼ੋਈਆਂ ਬੇਨਤੀਆਂ ਕਰਦਾ ਹੈ। ਪਰ ਜਿਹੜਾ ਮਨਮੁਖ ਜੀਵ ਹੈ, ਮਨਮੁਖ ਜੀਵ ਜਦੋਂ ਸੁੱਖ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ, ਸੰਸਾਰੀ ਸੁੱਖ ਮਿਲਦਾ, ਧਨ ਸੰਪਦਾ ਮਿਲ ਗਈ, ਕਾਰੋਬਾਰ ਚੰਗਾ ਚੱਲ ਪਿਆ, ਤੇ ਉਦੋਂ ਫਿਰ ਉਹ ਮਨਮੁਖ ਜੀਵ ਹੰਕਾਰ ਵਿੱਚ ਅਫਰ ਜਾਂਦਾ ਹੈ। ਤੇ ਜਦੋਂ ਫਿਰ ਦੁੱਖ ਆਉਂਦਾ ਤੇ ਦੁੱਖ ਵੇਲੇ ਵੀ ਉਹ ਮਨਮੁਖ ਜੀਵ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਪਰਮਾਤਮਾ ਦੇ ਚਰਨਾਂ 'ਚ ਅਰਜ਼ੋਈਆਂ ਨਹੀਂ ਕਰਦਾ, ਤੇ ਰੱਬ ਨੂੰ ਹੀ ਫਿਰ ਉਲਾਂਭੇ ਦੇਣ ਲੱਗ ਪੈਂਦਾ ਹੈ। ਇਹ ਮਨੁੱਖ ਜੀਵਾਂ ਦੀ ਨਿਸ਼ਾਨੀ ਹੈ। ਤੇ ਗੁਰਮੁਖ ਜਿਹੜਾ ਹੈ, ਗੁਰਮੁਖ ਜਿਵੇਂ ਉਹ ਸੁੱਖ ਵੇਲੇ ਚੇਤੇ ਕਰਦਾ ਸੀ, ਤੇ ਦੁੱਖ ਵੇਲੇ ਵੀ, ਦੁੱਖ ਦੀ ਘੜੀ ਵੇਲੇ ਵੀ ਉਹ ਪਰਮਾਤਮਾ ਨੂੰ, ਗੁਰੂ ਨੂੰ ਉਸੇ ਤਰੀਕੇ ਨਾਲ ਚੇਤੇ ਕਰਦਾ ਹੈ। ਭਗਤ ਕਬੀਰ ਸਾਹਿਬਾਨ ਜੀ ਦਾ ਇੱਕ ਸਲੋਕ, ਜਿਹਦੇ ਵਿੱਚ ਭਗਤ ਕਬੀਰ ਸਾਹਿਬਾਨ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ, ਕਬੀਰ ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿਤ, ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰੈ ਬਿਤ। ਕਹਿੰਦੇ ਐ ਬੰਦੇ, ਤੇਰਾ ਕੋਈ ਕੰਮ ਅੜਿਆ ਹੋਇਆ ਸੀ, ਕੰਮ ਕਾਰ 'ਚ ਰੁਕਾਵਟ ਆ ਰਹੀ ਸੀ,
उस कारज की सफलता लई तै अपने गुरु नूं आराधना कीता, परमेश्वर की इबादत की ते परमेश्वर ने गुरु ने किरपा की। तेरा कारज जिहड़ा सी रुकिया होया काम जिहड़ा सी रुकावट आ रही सी वो रुकावट दूर कर दी। तेरा कारज सफला हो गया। पर जो कारज सफला होया, सफला होने तो बाद फिर गुरु नूं विसारता, भुला दिता। ते भगत जी कहते जिवें तैं काम पैण ते परमात्मा नूं चेते कीता, जे निता प्रति इस तरीके दे नाल तूं वाहिगुरू नूं चेते करेगा ना, कहते अमरापुरी विच तेरा वासा पा, सचखंड दा तूं वसनीक बन जावेगा, तैनूं कोई रोकण वाला नहीं होवेगा। एडी वड्डी बख्शिश हो सकती है। पर है बिरले हन जिन्हां उत्ते मालक की किरपा हुंदी है, जिहड़े हर समय सास गराहदल समार्ग चेते करते हैं। तो सतगुरु इत्थे गुरमुखां की अवस्था दसदे ने, कहते सै नंगे नह नंग, भुखे लख ना भुखिया। शब्द है सै नंगे। सै का अर्थ है सैंकड़े। कई बार आप अणजाणपुण च से नंगे नह नंग से पढ़ दिंदे हैं, दलावां की थां ते लावां ला दिंदे हैं, जिस करके अर्थां का अनर्थ हो जाता है। सै सैंकड़े, कहते सैंकड़े वारी चाहे रब दे जिहड़ा रब दा प्यारा भजनीक पुरश बंदगी करन वाला ना, उहनूं सैंकड़े वारी भाव हज़ारां वारी ਉਹਨੂੰ जे नंगा रहना पवे ना, मानो ਉਹਨੂੰ ਪਹਿਨਣ ਲਈ ਵਸਤਰ ਨਾ, घर च ਐਤ ਦੀ गरीबी हो जाए, ਪਹਿਨਣ ਲਈ ਕੋਈ ਵਸਤਰ ਨਾ मिले तो वह नगन अवस्था में रवे, पाटे हुए वस्त्र पहने होण, कहते वो नंगा रह के भी कहते परमात्मा नूं उलांभे नहीं दिंदा, वो परमात्मा का फिर भी शुक्र करता है। इहो जिहा समा आ जाए। हालांकि परमात्मा ने जिस जीव नूं पैदा किया ना, जो संसार साडा जन्म होया, जन्म लैंदियां सार ही साडी रोजी रोटी का प्रबंध, साडी पालना पोषणा बंद ये वाहिगुरू ने कीता होया है। ते पर कई बारी सतगुरु जी समझाते हैं, कहते मानो इस तरह का समा आ जाए, कहते तैनूं भुख लगी होवे, तैनूं प्रशादा ना छकण नहीं मिले, कई महीने इस तरह लंघ जा भुख दे दुख दे राही तू त्राहे त्राहे करे, कहते कि जिहड़ा प्रभु का प्यारा नाम रसीया है वो परमात्मा की बंदगी करनी छड़ देवेगा। पर जदों आपां सिख इतिहास पढ़ते हैं, गुरु पातशाह के समय जदों सतगुरु गुरु कलगीधर पातशाह महाराज आनंदपुर साहिब की धरती ते पहाड़ियां ते तुरकां ने घेरा पाया होया, 7-8 महीने सिंह जिहड़े सन वो किले दे अंदर रहे ने। किला आनंदगढ़ साहिब अज भी जदों आपां उत्थे जांदे हां ते यादां ताज़ियां हो जांदियां ने। उत्थों दा इतिहास है कि 7-8 महीने सिंह उस किले दे अंदर रहे ने आनंदपुर साहिब की धरती ते रश्तां बश्तां सब कुछ बंद हो गईयां सन। इत्थों तक दरख्तां दे पत्ते धू धू के ਸਿੰਘਾਂ ने वह भी छकना कीते। ते भुख दा दुख ऐसा सी, इसे भुख दे दुख कारण वो जिहड़ा प्रसादी हाथी गुरु कलगीधर पातशाह महाराज की हजूरी विच सी, प्रसादी हाथी ऐसा सी कि जदों सतगुरु तीर छड्डदे सी ना, उन्हें तीर चुक के लैके आना, अपने कपड़े ना साफ करना, फिर सतगुरां दे भत्थे भी सजा देना। जे सतगुरु जे पानी का जल गागर भर के लैके आनी, सुनना चुकी होनी, गुरु कलगीधर पातशाह दे चरण धोने आके, चरण धो के फिर तौलीए नाल साफ कर देने। इस तरह की सेवा करता सी। वो भुख दे दुख कारण वो प्रसादी हाथी भी चढ़ाई कर गया। जाना तो प्यारे सिंह जिहड़े सन वो भुख दे दुख कारण ही अपने शरीर नूं छड्ड गए।
ਤੇ ਜਦੋਂ ਸਤਿਗੁਰ ਨੇ ਅਨੰਦਪੁਰ ਸਾਹਿਬ ਛੱਡਿਆ ਤੇ ਭੁੱਖ ਦਾ ਦੁੱਖ ਸੀ, ਕਿਉਂਕਿ ਸਿੰਘਾਂ ਨੇ ਬੇਨਤੀ ਕੀਤੀ ਸੀ, ਇਹਨਾਂ ਤੁਰਕਾਂ ਤੇ ਪਹਾੜੀਆਂ ਨੇ ਕਸਮਾਂ ਖਾਧੀਆਂ, ਤੇ ਗੁਰੂ ਕਲਗੀਧਰ ਪਾਤਸ਼ਾਹ ਫਿਰ ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਪਾਤਸ਼ਾਹ ਨੇ ਕਿਲ੍ਹਾ ਛੱਡਿਆ ਸੀ। ਸੋ ਕਹਿਣ ਦਾ ਭਾਵ ਜਿਹੜੇ ਉੱਥੇ 7-8 ਮਹੀਨੇ ਅੰਦਰ ਰਹੇ ਨੇ ਸਿੰਘ, ਉਹਨਾਂ ਦਾ ਜੀਵਨ ਚੜ੍ਹਦੀ ਕਲਾ ਵਾਲਾ ਸੀ। ਭੁੱਖ ਸੀ, ਦੁੱਖ ਸੀ, ਤੇ ਇਹ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਨੇ ਆਪਣਾ ਨਿੱਤ ਦਾ ਨਿਯਮ ਨਹੀਂ ਤਿਆਗਣਾ ਕੀਤਾ। ਨਿੱਤ ਦਾ ਨਿਯਮ, ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ, ਨਿਤਨੇਮ ਕਰਨਾ, ਸਿਮਰਨ ਕਰਨਾ, ਇਹ ਸੇਵਾਵਾਂ ਉਹ ਕਰਦੇ ਰਹੇ। ਇਸ ਤਰ੍ਹਾਂ ਜਿਹੜੇ ਇਹ ਗੁਰਮੁਖ ਜਨ ਹੁੰਦੇ ਨੇ ਨਾ, ਗੁਰਮੁਖ ਜਨ ਕਦੇ ਵੀ ਪਰਮਾਤਮਾ ਦੀ ਇਬਾਦਤ ਕਰਨੀ ਨਹੀਂ ਛੱਡਦੇ। ਜੇ ਮਨ ਨੂੰ ਚੰਗੀ ਤਰ੍ਹਾਂ ਪ੍ਰਸ਼ਾਦਾ ਛਕਣ ਲਈ ਨਾ ਮਿਲੇ, ਪਹਿਨਣ ਲਈ ਵਸਤਰ ਨਾ ਮਿਲੇ, ਉਹ ਕਹਿੰਦੇ ਕੋਈ ਗੱਲ ਨਹੀਂ, ਇਹ ਪਰਮਾਤਮਾ ਦੀ ਖੇਡ ਹੈ, ਪ੍ਰਭੂ ਦਾ, ਸਾਡੇ ਗੁਰੂ ਦਾ ਹੁਕਮ ਹੈ, ਅਸੀਂ ਤਾਂ ਆਪਣੇ ਗੁਰੂ ਦੇ ਹੁਕਮ ਵਿੱਚ ਰਹਿਣਾ ਹੈ। ਤੇ ਇਸ ਤਰੀਕੇ ਨਾਲ ਗੁਰੂ ਸਰੂਪ ਇਸ ਤਰ੍ਹਾਂ ਉਹ ਭੁੱਖ, ਚਾਹੇ ਉਹਨਾਂ ਨੂੰ ਸੈਂਕੜੇ ਵਾਰੀ ਨੰਗੇ ਰਹਿਣਾ ਪਵੇ, ਕਹਿੰਦੇ ਸੈਂਕੜਿਆਂ ਵਾਰੀ ਹੀ ਕਹਿੰਦੇ ਭੁੱਖੇ ਰਹਿਣਾ ਪਵੇ, ਤੇ ਭੁੱਖ ਦਾ ਦੁੱਖ ਨੂੰ ਪੋਹ ਨਹੀਂ ਸਕਦਾ ਹੈ। ਤੇ ਸਤਿਗੁਰੂ ਜੀ ਅਗਲੀ ਪੰਕਤੀ 'ਚ ਵਚਨ ਕਰਦੇ ਹਨ, ਦੁੱਖੇ ਕੋੜ ਨਾ ਦੁੱਖ ਨਾਨਕ ਪੀਰੀ ਦਿਖੰਦੋ ਸੁਭ ਦਿਸ਼ਟ। ਪੀਰੀ ਕਹਿੰਦੇ ਨੇ ਪਰਮੇਸ਼ਰ ਨੂੰ, ਸ਼ੁਭ ਦ੍ਰਿਸ਼ਟ ਕਹਿੰਦੇ ਨੇ ਕਿਰਪਾ ਦ੍ਰਿਸ਼ਟੀ, ਮੇਰ ਭਰੀ ਨਿਗਾਹ। ਜਦੋਂ ਕਹਿੰਦੇ ਪੀਰੀ ਦਿਖੰਦੋ ਸ਼ੁਭ ਦਿਸ਼ਟ, ਪੀਰੀ ਪਤੀ ਪਰਮੇਸ਼ਰ ਆਪਣੇ ਪਿਆਰਿਆਂ ਵੱਲ ਸ਼ੁਭ ਦ੍ਰਿਸ਼ਟੀ ਦੇ ਨਾਲ ਕਿਰਪਾ ਦ੍ਰਿਸ਼ਟ ਅਵਲੋਕਨ ਕੀਨੋ, ਦਾਸ ਕਾ ਦੂਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਗੁਰੂ ਐਡਾ ਸਮਰੱਥ ਹੈ। ਜਦੋਂ ਗੁਰੂ ਕਿਰਪਾ ਕਰਕੇ, ਪਰਮੇਸ਼ਰ ਕਿਰਪਾ ਕਰਕੇ ਮਿਹਰ ਭਰੀ ਨਿਗਾਹ ਨਾਲ ਤੱਕਦਾ ਨਾ, ਕਹਿੰਦੇ ਦੁੱਖੇ ਕੋੜ ਨਾ ਦੁੱਖ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ, ਕਹਿੰਦੇ ਫਿਰ ਉਸ ਜੀਵ ਨੂੰ ਚਾਹੇ ਕਰੋੜਾਂ ਸਰੀਰ ਨੂੰ ਦੁੱਖ ਲੱਗੇ ਹੋਣ, ਉਹ ਦੁੱਖ ਨੂੰ ਦੁੱਖ ਨਹੀਂ ਸਮਝਦਾ। ਫਿਰ ਉਹਨੂੰ ਪਤਾ ਮੇਰੇ ਉੱਤੇ ਮੇਰੇ ਮਾਲਕ ਦੀ, ਪ੍ਰਭੂ ਦੀ ਕਿਰਪਾ ਹੋ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਆਪਾਂ ਪੜ੍ਹਦੇ ਹਾਂ ਨਾ, ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹੋ ਜਿਹੀ ਅਵਸਥਾ ਉਹਨਾਂ ਗੁਰਮੁਖਾਂ ਦੀ ਬਣ ਜਾਂਦੀ ਹੈ। ਜਿਹੜੇ ਗੁਰਮੁਖ ਜਨ, ਜਿਨ੍ਹਾਂ ਉੱਤੇ ਮਾਲਕ ਦੀ ਕਿਰਪਾ ਹੁੰਦੀ ਹੈ, ਸਤਿਗੁਰੂ ਜੀ ਮਿਹਰ ਭਰੀ ਨਿਗਾਹ ਨਾਲ ਤੱਕਦੇ ਹਨ, ਉਹਨਾਂ ਨੂੰ ਫਿਰ ਇਹ ਕਰੋੜਾਂ ਦੁੱਖ ਵੀ, ਦੁੱਖੇ ਕੋੜ ਨਾ ਦੁੱਖ, ਕਰੋੜਾਂ ਦੁੱਖ ਜਿਹੜੇ ਨੇ ਨਾ, ਇਹ ਡਰਾ ਨਹੀਂ ਸਕਦੇ ਹਨ। ਉਹ ਹਰ ਸਮੇਂ ਉਸ ਮਾਲਕ ਦੀ ਇਬਾਦਤ ਕਰਦੇ ਨੇ, ਉਹ ਨਾਮ ਜਪਣਾ ਨਹੀਂ ਛੱਡਦੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ, ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਬਾਦਸ਼ਾਹ ਫਰਖਸੀਅਰ ਹਿੰਦੁਸਤਾਨ ਦੇ ਤਖਤ ਤਾਜ ਉੱਤੇ ਆ ਕੇ ਬੈਠਿਆ, ਸਿੱਖਾਂ ਦੀ ਵੱਧਦੀ ਤਾਕਤ ਨੂੰ ਰੋਕਣ ਵਾਸਤੇ ਉਹਨੇ ਬਹੁਤ ਸਾਰੀਆਂ ਫੌਜਾਂ ਇਕੱਤਰ ਕੀਤੀਆਂ। ਸਿੰਘ ਸੂਰਮਿਆਂ ਨਾਲ ਫਿਰ ਯੁੱਧ ਹੋਣ ਲੱਗਿਆ, ਤੇ ਸਿੰਘ ਸੂਰਮੇ ਫਿਰ ਆਪਣਾ ਜਿੱਥੇ ਮੁਕਾਬਲਾ ਕਰਦੇ ਨੇ, ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਬੈਠ ਗਏ। ਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਿੰਘ ਸੂਰਮਿਆਂ ਨਾਲ ਗੁਰਦਾਸਪੁਰ ਦੀ ਧਰਤੀ 'ਤੇ ਗੁਰਦਾਸ ਗੜ੍ਹੀ ਜਿਹੜੀ ਹੈ, ਉਸ ਗੜ੍ਹੀ ਵਿੱਚ ਜਾ ਕੇ ਡੇਰਾ ਲਾਇਆ। ਜਿਵੇਂ 7-8 ਮਹੀਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਘੇਰਾ ਪਾਇਆ ਗਿਆ ਸੀ ਅਨੰਦਪੁਰ ਸਾਹਿਬ ਵਿਖੇ, ਇਸੇ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਵੀ 7-8 ਮਹੀਨੇ ਗੁਰਦਾਸ ਨੰਗਲ ਗੜ੍ਹੀ ਵਿੱਚ ਅੰਦਰ ਰਹੇ ਹਨ। ਤੇ ਭੁੱਖ ਦੇ ਦੁੱਖ ਕਰਕੇ ਜਦੋਂ ਹਥਿਆਰ ਸਭ ਖਤਮ ਹੋ ਗਏ, ਫਿਰ ਜ਼ਾਲਮਾਂ ਨੇ ਸਿੰਘਾਂ ਨੂੰ ਆਪਣੇ ਕਬਜ਼ੇ 'ਚ ਕੀਤਾ, ਕੈਦੀ ਬਣਾ ਕੇ ਇੱਕ ਜਲੂਸ ਦੇ ਰੂਪ ਦੇ ਵਿੱਚ ਦਿੱਲੀ ਵੱਲ ਨੂੰ ਲਿਜਾ ਰਹੇ ਹਨ। ਜਦੋਂ
ਦਿੱਲੀ ਵੱਲ ਲਿਜਾ ਰਹੇ ਹਨ। ਜਿਹੜਾ ਵੀ ਰਸਤੇ 'ਚ ਕੋਈ ਸਰਦਾਰ ਸਿੱਖ ਮਿਲਦਾ ਹੈ, ਜਿਹੜਾ ਆਮ ਜਿਹੜਾ ਜੀਵਨ ਬਤੀਤ ਕਰਨ, ਉਹਨੂੰ ਵੀ ਸਿੱਖ ਜਾਣ ਕੇ ਪਕੜ ਲੈਂਦੇ ਨੇ ਅਤੇ ਫਰੁਖਸ਼ੀਅਰ ਦੀ ਕਚਹਿਰੀ ਵਿੱਚ ਪੇਸ਼ ਕੀਤੇ ਗਏ। ਫਤਵਾ ਤਿਆਰ ਕੀਤਾ ਗਿਆ। ਜਦ ਦੀਨੇ ਪਹਿਲਾਂ ਕਹਿੰਦੇ ਦੀਨੇ ਇਸਲਾਮ ਕਬੂਲ ਕਰੋ, ਲਾਲਚ ਦਿੱਤੇ ਜਾ ਰਹੇ ਹਨ। ਫਿਰ ਕਹਿੰਦੇ ਜੇ ਨਹੀਂ ਤੁਹਾਨੂੰ ਦੀਨੇ ਇਸਲਾਮ ਕਬੂਲ, ਫਿਰ ਤੁਹਾਨੂੰ ਮੌਤ ਦੀ ਘਾਟ ਉਤਾਰਿਆ ਜਾਵੇਗਾ। ਕਹਿੰਦੇ ਨੇ ਨਿਤਾ ਪ੍ਰਤੀ ਹੀ 100 ਦੇ ਕਰੀਬ ਜਿਹੜੇ ਸਿੰਘ ਸੀ ਉਹ ਸ਼ਹੀਦ ਕੀਤੇ ਜਾਂਦੇ ਸਨ। ਇਸ ਸਿੰਘਾਂ ਦੇ ਜਥੇ ਦੇ ਵਿੱਚ ਇੱਕ 17-18 ਸਾਲ ਦਾ ਨੌਜਵਾਨ ਗੱਭਰੂ, ਜਿਹਦੀ ਨਵੀਂ ਸ਼ਾਦੀ ਹੋਈ ਹੈ, ਜਦੋਂ ਇਹ ਸਿੰਘਾਂ ਨੂੰ ਲਿਜਾ ਰਹੇ ਨੇ ਰਸਤੇ ਵਿੱਚ ਇਹਨੂੰ ਪਕੜਨਾ ਕੀਤਾ, ਇਹਨੂੰ ਵੀ ਕੈਦੀ ਬਣਾ ਕੇ ਬੇੜੀਆਂ ਪਾ ਕੇ ਇਸ ਤਰ੍ਹਾਂ ਦਿੱਲੀ ਦੀ ਧਰਤੀ ਉੱਤੇ ਲੈ ਕੇ ਗਏ ਨੇ। ਹੁਣ ਇੱਕ ਮਾਂ ਦਾ ਲੋਤਾ ਪੁੱਤਰ ਸੀ। ਮਾਂ ਉਸ ਸਮੇਂ ਮਾਂ ਨੂੰ ਪਤਾ ਲੱਗਿਆ ਕਿ ਮੇਰੇ ਪੁੱਤਰ ਨੂੰ ਕੈਦ ਕੀਤਾ ਹੋਇਆ ਹੈ, ਮੇਰੇ ਪੁੱਤਰ ਦਾ ਕਤਲ ਹੋ ਜਾਵੇਗਾ ਅਤੇ ਇਸ ਤਰ੍ਹਾਂ ਮੇਰਾ ਪੁੱਤਰ ਸ਼ਹੀਦ ਹੋ ਜਾਵੇਗਾ। ਅਤੇ ਮਾਂ ਨੇ ਸੋਚਿਆ ਕਿ ਜੇ ਮੇਰਾ ਪੁੱਤਰ ਚਲਿਆ ਗਿਆ, ਪੁੱਤਰ ਤੋਂ ਬਿਨਾਂ ਮੇਰਾ ਜੀਵਨ ਕਾਹਦਾ ਹੈ। ਕਹਿੰਦੇ ਮਾਂ ਨੇ ਉਸ ਸਮੇਂ ਜਿਵੇਂ ਕਿਵੇਂ ਕੋਸ਼ਿਸ਼ ਕੀਤੀ ਹੈ, ਬਾਦਸ਼ਾਹ ਫਰੁਖਸ਼ੀਅਰ ਤੱਕ ਪਹੁੰਚ ਕੀਤੀ। ਬਾਦਸ਼ਾਹ ਨੂੰ ਜਾ ਕੇ ਸਜਦਾ ਕੀਤਾ, ਕਹਿਣ ਲੱਗੀ ਬਾਦਸ਼ਾਹ ਸਲਾਮਤ, ਮੇਰਾ ਪੁੱਤਰ ਸਿੱਖ ਨਹੀਂ ਹੈ, ਤੁਸੀਂ ਸਿੱਖਾਂ ਦਾ ਕਤਲ ਕਰ ਰਹੇ ਹੋ, ਪਰ ਮੇਰਾ ਪੁੱਤਰ ਸਿੱਖ ਨਹੀਂ ਹੈ, ਤੁਸੀਂ ਭੁਲੇਖੇ ਨਾਲ ਮੇਰੇ ਪੁੱਤਰ ਨੂੰ ਪਕੜਨਾ ਕੀਤਾ ਏ। ਮੇਰੇ ਬਿਰਧ ਮਾਈ ਉੱਤੇ ਤੁਸੀਂ ਤਰਸ ਕਰਨਾ ਕਰੋ, ਮੇਰੇ ਪੁੱਤਰ ਨੂੰ ਛੱਡਣਾ ਕਰੋ। ਹੁਣ ਬਾਦਸ਼ਾਹ ਫਰੁਖਸ਼ੀਅਰ ਜਦੋਂ ਨੇ ਸੁਣਿਆ ਇੱਕ ਬਿਰਧ ਮਾਈ ਆਈ ਇਸ ਤਰ੍ਹਾਂ ਕਹਿ ਰਹੀ ਹੈ ਕਿ ਮੇਰਾ ਪੁੱਤਰ ਸਿੱਖ ਨਹੀਂ ਹੈ, ਇਹੀ ਇਹ ਕਹਾਣਾ ਚਾਹੁੰਦਾ ਸੀ ਕਿ ਸਿੱਖਾਂ ਦੇ ਮਨ 'ਚ ਇੰਨਾ ਡਰ ਖੋਹ ਪੈਦਾ ਹੋ ਜਾਵੇ, ਸਿੱਖ ਆਪਣੇ ਧਰਮ ਨੂੰ ਛੱਡ ਕੇ ਦੀਨੇ ਇਸਲਾਮ ਕਬੂਲ ਕਰ ਲੈਣ ਅਤੇ ਇਹਦੇ 'ਚ ਸਾਡੀ ਵੱਡੀ ਕਾਮਯਾਬੀ ਹੋਵੇਗੀ। ਜਦੋਂ ਹੁਣ ਸਾਰੇ ਲਾਲਚ ਦੇ ਕੇ ਦੇਖ ਲਏ, ਅਨੇਕਾਂ ਪ੍ਰਕਾਰ ਦੁੱਖ ਦੇ ਕੇ ਦੇਖਣਾ ਕੀ ਤੇ ਸਿੱਖ ਡੋਲੇ ਨਹੀਂ। ਬਿਰਧ ਮਾਈ ਨੇ ਆ ਕੇ ਆਖਣਾ ਕੀਤਾ ਕਿ ਮੇਰਾ ਪੁੱਤਰ ਸਿੱਖ ਨਹੀਂ, ਅਤੇ ਫਰੁਖਸ਼ੀਅਰ ਬੜਾ ਖੁਸ਼ ਹੋਇਆ ਕਿ ਹੁਣ ਮੈਨੂੰ ਜਿੱਤ ਪ੍ਰਾਪਤ ਹੋਵੇਗੀ, ਹੁਣ ਮੈਂ ਕਹਿਣ ਜੋਗਾ ਹੋਵਾਂਗਾ। ਦੇਖੋ ਇਹ ਜ਼ੁਲਮ ਕੀਤਾ, ਸਿੱਖਾਂ ਦਾ ਕਤਲ ਕੀਤਾ, ਡਰਦੇ ਹੋਏ ਸਿੱਖ ਨੇ ਆਪਣਾ ਧਰਮ ਛੱਡ ਕੇ ਦੀਨੇ ਇਸਲਾਮ ਕਬੂਲ ਕਰ ਲਿਆ। ਕਹਿੰਦੇ ਨੇ ਉਸ ਬਾਦਸ਼ਾਹ ਫਰੁਖਸ਼ੀਅਰ ਨੇ ਇੱਕ ਗੁਰੂ ਸਰ ਪੱਤਰਕਾ ਲਿਖ ਦਿੱਤੀ, ਕਹਿਣ ਲੱਗਿਆ ਮਾਈ ਇਹ ਪੱਤਰਕਾ ਲਿਜਾਣਾ ਕਰ ਜਾ ਕੇ ਸਿਪਾਹੀਆਂ ਨੂੰ ਦੇ ਦਵੀਂ, ਤੇਰੇ ਪੁੱਤਰ ਦਾ ਬਾਲ ਵਿੰਗਾ ਨਹੀਂ ਹੋਵੇਗਾ। ਉਹ ਰੁੱਕਾ ਉਹ ਪੱਤਰਕਾ ਭੇਜੀ ਹੈ, ਮਾਈ ਬੜੀ ਦੌੜ ਕੇ ਗਈ ਹੈ। ਉੱਧਰੋਂ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਬਾਰੋ ਬਾਰੀ ਸਾਰਿਆਂ ਦੀ ਵਾਰੀ ਆ ਰਹੀ ਹੈ। ਉਸੇ ਹੀ ਲਾਈਨ ਦੇ ਵਿੱਚ ਉਹ ਨੌਜਵਾਨ ਲੜਕਾ ਵੀ ਖਲੋਤਾ ਹੈ। ਜਿਹੜੇ ਸਿੰਘ ਇਕੱਠੇ ਹੋ ਕੇ ਬਾਣੀ ਪੜ੍ਹਦੇ ਹਨ, ਪੰਗਤੀਆਂ ਪੜ੍ਹਦੇ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਸਿੱਖ ਕਹਿ ਰਹੇ ਨੇ ਕਿ ਦੇਖੋ ਸਾਡੇ ਗੁਰੂ ਨੇ ਇਹ ਬਚਨ ਕੀਤੇ ਨੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿੱਖ ਕਹਿ ਰਹੇ ਨੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਬਚਨ ਕਰਦੇ ਨੇ ਕਿ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਸ ਤਰੀਕੇ ਦੇ ਨਾਲ ਸਿੰਘ ਜਿਹੜੇ ਨੇ ਉਹ ਪੰਗਤੀਆਂ ਪੜ੍ਹਦੇ, ਬਾਣੀ ਪੜ੍ਹਦੇ ਨੇ, ਨਾਲੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਗਜਾਉਂਦੇ ਹਨ। ਸਿੰਘ ਨੂੰ ਸ਼ਹੀਦ ਕੀਤਾ ਜਾਂਦਾ। ਜਦੋਂ ਸਿੰਘ ਸ਼ਹੀਦ ਹੁੰਦਾ ਤੇ ਡੋਲਦੇ ਨਹੀਂ, ਬੜੀ ਬੁਲੰਦ ਆਵਾਜ਼ ਜੈਕਾਰਾ ਗਜਾ ਰਹੇ ਹਨ। ਇਹ ਸਾਰੀ ਜਿਹੜੇ ਜਲਾਦ ਸਨ ਦੇਖ ਕੇ ਹੈਰਾਨ ਕਿ ਕਿਹੋ ਜਿਹੇ ਸਿੱਖ ਨੇ, ਜਾਨਾਂ ਇਹਨਾਂ ਨੂੰ ਪਿਆਰੀਆਂ ਨਹੀਂ ਹਨ, ਹੱਸ ਕੇ ਜਾਨਾਂ ਵਾਰਦੇ ਨੇ। ਜਦੋਂ ਸ਼ਹੀਦ ਹੁੰਦਾ ਕੋਈ ਇਹਨਾਂ ਦਾ ਤੇ ਉਦੋਂ ਇਹ ਜੈਕਾਰਾ ਛੱਡਦੇ ਨੇ।
ਉਸੇ ਹੀ ਲਾਈਨ ਦੇ ਵਿੱਚ ਉਹ ਨੌਜਵਾਨ ਲੜਕਾ ਖਲੋਤਾ। ਹੁਣ ਲੜਕੇ ਦੀ ਵਾਰੀ ਆਈ ਹੈ। ਜਲਾਦ ਨੇ ਸਿਰ ਕਲਮ ਕਰਨਾ ਹੈ ਤੇ ਲੜਕੇ ਉੱਤੇ ਤਲਵਾਰ ਚਲਾਉਣੀ ਹੈ। ਉਧਰ ਪੂਰੀ ਤਿਆਰੀ ਕੀਤੀ ਹੋਈ ਹੈ। ਲੜਕਾ ਕਹਿ ਰਿਹਾ ਕਿ ਸਾਡੇ ਵੱਡੇ ਵਡੇਰੇ ਇਹ ਧਾਰਨਾ ਪੜ੍ਹਦੇ ਨੇ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਤੇ ਅੱਜ ਮੇਰੇ ਉੱਤੇ ਕਿਰਪਾ ਹੋ ਰਹੀ ਮੇਰੇ ਗੁਰੂ ਦੀ, ਮੈਂ ਆਪਣਾ ਸੀਸ ਦੇ ਦਿਆਂਗਾ ਪਰ ਆਪਣੇ ਧਰਮ ਤੋਂ ਡੋਲਾਂਗਾ ਨਹੀਂ। ਚਾਅ ਹੈ ਜੂਝਣ ਦਾ ਚਾਅ, ਸ਼ਹਾਦਤ ਪ੍ਰਾਪਤ ਕਰਨ ਦਾ ਚਾਅ, ਇਹ ਉਤਸ਼ਾਹ ਪੈਦਾ ਹੋਇਆ ਹੈ। ਪਰ ਜਦੋਂ ਕਹਿੰਦੇ ਸ਼ਰ ਤਲਵਾਰ ਸੀਸ ਉੱਤੇ ਆਉਣੀ ਹੈ, ਇੰਨੇ ਚਿਰ ਨੂੰ ਉਹ ਪੱਤਰਕਾ ਪਹੁੰਚ ਗਈ। ਪੱਤਰਕਾ ਪਹੁੰਚੀ, ਪੱਤਰਕਾ ਪੜ੍ਹੀ ਤੇ ਪੱਤਰਕਾ ਉੱਤੇ ਲਿਖਿਆ ਹੋਇਆ ਇਸ ਲੜਕੇ ਨੂੰ ਛੱਡ ਦਿੱਤਾ ਜਾਵੇ। ਜਦੋਂ ਇਹ ਪੜ੍ਹਿਆ ਤੇ ਲੜਕੇ ਨੂੰ ਛੱਡ ਦਿੱਤਾ ਗਿਆ। ਉਹ ਨੌਜਵਾਨ ਲੜਕਾ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਸ਼ਹੀਦ ਕਰੋ। ਮੈਨੂੰ ਸ਼ਹੀਦ ਕਿਉਂ ਨਹੀਂ ਕਰਦੇ? ਮੇਰੇ ਭਰਾ ਸ਼ਹੀਦ ਹੋ ਗਏ ਨੇ, ਹੁਣ ਮੇਰੀ ਵਾਰੀ ਵੀ ਹੈ ਤੇ ਮੈਨੂੰ ਵੀ ਤੁਸੀਂ ਮੇਰੇ ਭਰਾਵਾਂ ਨਾਲ ਸ਼ਹੀਦ ਕਰਨਾ ਕਰੋ। ਮੈਂ ਵੀ ਆਪਣੇ ਭਰਾਵਾਂ ਨਾਲ ਜਾਣਾ ਚਾਹੁੰਦਾ ਹਾਂ। ਤੇ ਅੱਗੋਂ ਜਲਾਦ ਕਹਿਣ ਲੱਗੇ ਤੇਰੇ ਰਿਹਾਈ ਦੇ ਆਰਡਰ ਆ ਗਏ ਨੇ, ਤੈਨੂੰ ਬਾਦਸ਼ਾਹ ਨੇ ਛੱਡ ਦਿੱਤਾ ਹੈ। ਕਹਿਣ ਲੱਗਾ ਕਿਹੜਾ ਕਾਰਨ ਬਣ ਜਿਸ ਕਰਕੇ ਮੈਨੂੰ ਬਾਦਸ਼ਾਹ ਛੱਡ ਰਿਹਾ ਏ? ਕਹਿਣ ਲੱਗਾ ਤੇਰੀ ਮਾਂ ਨੇ ਦਰਖਾਸਤ ਦੇਣਾ ਕੀਤੀ ਹੈ। ਤੇਰੀ ਮਾਤਾ ਨੇ ਆਖਿਆ ਕਿ ਮੇਰੇ ਪੁੱਤਰ ਨੂੰ ਭੁਲੇਖੇ ਨਾਲ ਫੜਿਆ, ਮੇਰਾ ਸਿੱਖ ਨਹੀਂ, ਇਹ ਗੁਰੂ ਕਾ ਸਿੱਖ ਨਹੀਂ ਹੈ, ਇਹ ਤਾਂ ਮੇਰਾ ਪੁੱਤਰ ਘਰ ਵਿੱਚ ਰਹਿਣ ਵਾਲਾ। ਤੇ ਅੱਗੋਂ ਉਹ ਲੜਕਾ ਬੜੀ ਉੱਚੀ ਆਵਾਜ਼ 'ਚ ਬੋਲਿਆ, ਕਹਿਣ ਲੱਗਿਆ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਕਾ ਸਿੰਘ ਹਾਂ, ਮੈਂ ਆਪਣੇ ਭਰਾਵਾਂ ਨਾਲ ਸ਼ਹਾਦਤ ਦਾ ਜਾਮ ਪੀਣਾ ਹੈ। ਕਹਿਣ ਲੱਗੇ ਤੂੰ ਮੇਰੀ ਮਾਂ ਹੀ ਨਹੀਂ, ਆਪਣੀ ਮਾਂ ਨੂੰ ਤੱਕ ਬੋਲ ਦਿੱਤੇ। ਤੇ ਮਾਂ ਆਪਣੀ ਗੱਲ ਬੱਕੜੀ 'ਚ ਕਹਿੰਦੀ ਪੁੱਤਰ ਕੋਈ ਗੱਲ ਨਹੀਂ, ਤੂੰ ਇੱਥੇ ਇੱਕ ਵਾਰੀ ਕਹਿ ਦੇ ਕਿ ਮੈਂ ਸਿੱਖ ਨਹੀਂ ਹਾਂ ਤੇ ਘਰ ਵਿੱਚ ਜਾ ਕੇ ਦੁਆਰਾ ਸਿੱਖੀ ਧਾਰਨ ਕਰ ਲਵੀਂ, ਪਰ ਪੁੱਤਰਾ ਤੇਰੀ ਜਾਨ ਬਚ ਜਾਵੇਗੀ। ਤੇ ਅੱਗੋਂ ਉਹ ਲੜਕਾ ਕਹਿਣ ਲੱਗਿਆ ਕਿ ਮਾਂ ਮੈਂ ਆਪਣਾ ਧਰਮ ਨਹੀਂ ਤਿਆਗਾਂਗਾ, ਦਿਖਾਵੇ ਦਾ ਮੈਂ ਸਿੱਖੀ ਪਹਿਰਾਵਾ ਨਹੀਂ ਪਹਿਨਣਾ ਕੀਤਾ। ਜਿਹੜੇ 5 ਕਕਾਰਾਂ ਦੀ ਵਰਦੀ ਪਹਿਨੀ ਹੈ, ਸਿੱਖੀ ਮੇਰਾ ਲਿਬਾਸ ਹੈ, ਇਹ ਦਿਖਾਵੇ ਮਾਤਰ ਨਹੀਂ ਹੈ, ਮੇਰੇ ਅੰਦਰ ਸਿੱਖੀ ਹੈ। ਇਸ ਕਰਕੇ ਮਾਂ ਤੂੰ ਮੇਰੀ ਮਾਂ ਨਹੀਂ, ਮੈਂ ਆਪਣੇ ਧਰਮ ਲਈ ਆਪਣੀ ਜਾਨ ਕੁਰਬਾਨ ਕਰ ਸਕਦਾ ਹਾਂ। ਤੇ ਗੁਰੂ ਸਾਰੇ ਜਿਹੜੇ ਸਿਪਾਹੀ ਸਨ, ਜਲਾਦ ਸੀ, ਉਹ ਸਾਰੇ ਦੇਖ ਕੇ ਹੈਰਾਨ ਹੋਏ ਕਿ ਕਿਹੋ ਜਿਹੇ ਇਹ ਸਿੱਖ ਹਨ। ਅਖੀਰ ਤੇ ਕਹਿੰਦੇ ਨੇ ਉਸ ਨੌਜਵਾਨ ਲੜਕੇ ਨੇ ਵੀ ਸ਼ਹਾਦਤ ਦਾ ਜਾਮ ਪੀਣਾ ਕੀਤਾ। ਸੋ ਗੁਰੂ ਸਰ ਕਹਿਣ ਦਾ ਭਾਵ ਹੈ ਕਿ ਐਡਾ ਵੱਡਾ ਦੁੱਖ, ਸਭ ਤੋਂ ਵੱਡਾ ਦੁੱਖ ਹਰ ਇੱਕ ਜੀਵ ਨੂੰ ਆਪਣੀ ਜਾਨ ਪਿਆਰੀ ਹੈ। ਜੀਵ ਕਹਿੰਦਾ ਕਿ ਮੈਂ ਮਰਾਂ ਨਾ, ਸੰਸਾਰ ਜਨਮ ਲੈ ਕੇ ਆਇਆ, ਮੈਂ ਸੰਸਾਰ ਨੂੰ ਛੱਡ ਕੇ ਨਾ ਜਾਵਾਂ। ਪਰ ਜਦੋਂ ਬੁਲਾਵਾ ਆਉਂਦਾ ਤੇ ਉਦੋਂ ਕੋਈ ਰੋਕ ਨਹੀਂ ਸਕਦਾ। ਜ਼ਿੰਦਗੀ ਹਰ ਇੱਕ ਨੂੰ ਪਿਆਰੀ ਹੈ, ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਨਾਮ ਜੱਸੀ ਹਨ, ਬੰਦਗੀ ਕਰਨ ਵਾਲੇ ਹਨ, ਉਹ ਕਰੋੜਾਂ ਦੁੱਖਾਂ ਨੂੰ ਵੀ ਦੁੱਖ ਨਹੀਂ ਜਾਣਦੇ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਦੁੱਖੇ ਕੋੜ ਨਾ ਦੁੱਖ, ਨਾਨਕ ਪਿਰੀ ਪਖੰਦੋ ਸ਼ੁਭ ਦਿਸ਼ਟ। ਜਦੋਂ ਪਿਰੀ ਪਖੰਦੋ, ਪਿਰੀ ਪਤੀ ਪਰਮੇਸ਼ਰ, ਕਹਿੰਦੇ ਪਖੰਦੋ ਦੇਖਦਾ ਸ਼ੁਭ ਦ੍ਰਿਸ਼ਟੀ ਨਾਲ, ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਨਾਨਕ ਗੁਰੂ ਜੀ ਉਚਾਰਨ ਕਰਦੇ ਹਨ। ਕਹਿੰਦੇ ਫਿਰ ਉਹਨਾਂ ਨੂੰ ਕਰੋੜਾਂ ਦੁੱਖ ਵੀ ਕਹਿੰਦੇ ਪੋਹ ਨਹੀਂ ਸਕਦੇ। ਕਰੋੜਾਂ ਦੁੱਖ ਸਰੀਰ ਉੱਤੇ ਆਏ ਹੋਣ, ਕਸ਼ਟ ਆਏ ਹੋਣ, ਉਹ ਕਸ਼ਟ ਵਿੱਚ ਰਹਿੰਦੇ, ਦੁਖੀ ਸਰੀਰ ਦੁਖੀ ਹੋਵੇ, ਪਰ ਕਹਿੰਦੇ ਗੱਲ ਇਹ ਆ ਉਹ ਰੱਬ ਦੀ ਇਬਾਦਤ ਕਰਨੀ ਨਹੀਂ ਛੱਡਦੇ, ਪ੍ਰਭੂ ਨੂੰ ਚੇਤੇ ਕਰਨਾ ਨਹੀਂ ਛੱਡਦੇ। ਉਹ ਦੁੱਖ ਦੇ ਵਿੱਚ ਵੀ ਉਸ ਮਾਲਕ ਦਾ ਸਿਮਰਨ ਕਰਦੇ ਹਨ। ਮਹੱਲਾ ਪੰਜਵਾ। ਸੁਖ ਸਮੂਹਾ ਭੋਗ, ਭੂਮ ਸਬਾਈ ਕੋ ਧਣੀ, ਨਾਨਕ ਹੱਬੋ ਰੋਗ, ਮਿਰਤਕ ਨਾਮ ਵਿਹੂਣਿਆ,
सतगुरु जी अगले महल्ले विच बख्शिश करते हैं। कहते मानो एक जीव इहो जिहा होवे जिहड़ा जीव संसार जन्म लैके आ जिंदगी दे सारे सुख भोगदा, समूहा भाव सारे सुख, जिंदगी दे सारे सुख भोगदा होवे। भूम सवाई को धनी, जिन्नी भी सवाई सारी धरती है ना, सारी धरती का धनी वो मालक बन जावे, सारी भूमि का मालक बन जावे, जिंदगी के सारे सुख मिलन। पर नाल ही सतगुरु कहते ने नानक हब्बो रोग मृतक नाम बिहूणे आ। कहते इन्ने सुख होण पर कहते उस जीव नूं सारे रोग आके चिमड़ जाते। नानक गुरु जी उच्चारण करते हैं कि जिउंदियां जी ही नाम तो विहूणा, नाम तो हीणा होण करके कहते इस तरह कहते अपने जीवन नूं बतीत करदा। मुरदा है जिउंदियां जी, जिउंदा जीव मुरदा है जिहड़ा नाम नहीं जपदा, बंदगी नहीं करदा। ताइयों गुरु सवारे गुरु साहिबान जी ने नाम जपण वाले नूं बड़ा सन्मान वडियाई देना कीती है। आपां सतगुरु दे बचन पढ़ते हैं ना, जिथे नाम न जपीए मेरे गोइंदा सई नगर उजाड़ी जियो। जिथे नाम जपीए मेरे प्यारे से अस्तन सोयन चुबारे। जिथे नाम न जपीए मेरे गोइंदा सई नगर उजाड़ी जियो। जिथे नाम जपे जाते, बंदगी की जाती है, वो धरती पूजनिक हो जाती है। पर जिहड़ी धरती ते गुरु सवारे नाम नहीं जपया जाता, परमात्मा का शुक्र नहीं किया जाता, गुरु का शुक्र नहीं किया जाता है, असल विच वो जिहड़ी धरती है बीया बन जंगल की नहीं आई है। तो सतगुरु कहते ने नाम तो विहूणे, कहते जिहड़े जीव इस तरह वो जिउंदियां जी एक तरह मुर्दा है, उहदी देही डैड बॉडी है, उन्होंने सारे रोग आके आदि व्याधि उपाद रोग इत्यादक ये सारे आके चिमड़ जाते हैं। इस तरीके दे नाल जिहड़ा वो जीव है सुखी, चाहे उन्होंने संसार के सारे सुख मिले होण, पर हुंदा फिर भी आत्मक तौर पर दुखी हुंदा है। नाम जपण वालियां दे विच ते जिंदगी दे सारे सुख मानण वालियां च की फर्क, उन्हां दे जीवन च किन्ना कुछ फर्क हुंदा है। कहंदे ने एक महापुरख रब दा प्यारा बंदगी करन वाला एक नगर च पहुंचे आ, पठियारा दाणे भुनदा, उहदे कोल जाके बैठ गया। सर्दी दी रुत सी ते उस समय पठियारे कोल पठियारे ने कुछ कु दाणे छकण लई देना कीते। उस फकीर ने वो दाणे छके ते परमात्मा का शुक्र करके उसे ही भट्ट दे कोल रात वेले सोना कीता, धरती उत्ते पुंजे। उधरों राजा जी का एक सामने महल है, अपने महलों विचों बारी दे राही राजा देखदा, सारी रात राजे नींद नहीं आई। राजे ने ये सारी खेड अपने नेत्रां नाल देखी कि उस फकीर ने उसे भूमि उत्ते लेट के गूढ़ी नहीं सुता रहा, तो मैं महल माड़ियां च बैठा होया, मेरे मखौली बिस्तर हैं, नौकर चाकर मेरे आले दुआले हैं, तो मैनू नींद नहीं आई है। कहते सवेर हो गई, सवेरे राजे ने हुक्म करता जिहड़ा वो फकीर है उन्होंने मेरे को लैके आओ। राजे का दरबार सज गया। सजे हुए दरबार दे विच फकीर नूं लिआंदा गया, सत्कार नाल बिठाया। कहण लगे फकीरा ये दस संत जी तुहाडी रात किवें लंघी है। हुण फकीर पहुंचिया होया सी, रंगी रूह सी। कहण लग्या राजन अद्धी तेरे जैसी, अद्धी बड़ी वधिया लंघी है। राजा कहण लग्या समझिया नहीं। कहण लग्या कि अद्धी तेरे जैसी, जिहड़ी अद्धी रात सी वो तेरे वांग सो के गुजार दिती।
जिवें जीव सुत्ता पिया, सुत्ते नूं किसी वे सोझी नहीं हुंदी, ज्ञान नहीं हुंदा। एक तरह सुत्ता होया जीव डैड बॉडी बन जाता है। कहण लगा अद्धी सो के गुजार दित्ती ते अद्धी वधिया लंघी है कि जिन्ना समा मैं जागदा रहा, परमेश्वर की उस्तत करदा रहा, परमेश्वर की वडियाई करदा रहा, जद नींद आ गई तो तेरे वांग फिर वो जिंदगी गुजारना की। राजा कहन लग्या कि तुहानू इस इहो जी थां ते नींद किवें आ गई? तुसीं भूंजे सुत्ते हो, मेरे को मखली बिस्तर हैं, नौकर चाकर मेरे आले दुआले दासियां सेवकाणियां ने, ते मैनू नींद क्यों नहीं आई? फकीर साई ने उत्तर देना कीता, कहन लगे राजन गल यह है कि तैं पकड़ मजबूत की हुई है, तैं पकड़ मजबूत की है कि मेरा राज, मेरा महल, मेरे नौकर चाकर, मेरे सिपाही इत्यादक तू मैं मेरी च विचरदा है। ते असी रब दे प्यारे फकीर लोग आपां कहंदे नहीं मेरा कुछ भी नहीं, ये साह भी परमात्मा दे, ये शरीर भी परमात्मा दा, जो कुछ है सब कुछ परमात्मा दा है। असी पकड़ तो रहत हाँ, संसार च विचरदे हैं, पर पदार्थवादी सोच असी खत्म की हुई है। ये मेरे गुरु ने, मेरे परमेश्वर ने मेरे उत्ते कृपा की है। ते इन्ना फर्क हुंदा गुरमुखां विच ते मनमुखां दे विच। जिहड़े मनमुख जीव ने, जिन्हां दे अंदर लालसा पैदा हुई है, परमात्मा की इबादत नहीं करते, उन्हां नूं गुरु सुख की घड़ी, बेशक सारे जिंदगी के सुख होण, दुनियावी सुख प्राप्त होण, पर परमार्थी तौर पर वो सुखी नहीं होंदे, अंतर आत्मिक सुखी नहीं होंदे। पर जो रब दे प्यारे ने घर विच चाहे टुटी हुई छपरी होवे, चाहे वो मखली बिस्तरियां विच बैठे होण, उन्हां नूं जिंदगी के सारे सुख भी क्यों ना मिले होण, पर संसारी सुख भी ते परमार्थी सुख भी ते गुरु सर एक सम वो बिरती रखते हैं। कदे भी उस परिपूर्ण परमात्मा नूं भुलाउंदे नहीं हैं। पर मनमुख जीव सतगुरु कहते ने कि नानक हब्बो रोग मृतक नाम विहूणे आ। उस जीव नूं सारे रोग आके चिंबड़ जाते हैं, क्योंकि वो नाम तो विहूणे होण करके। कहते मृतक मुरदियां दी न्याई हैं, डैड बॉडी है, इस तरह वो मुर्दा हैं। महला पंजवा। हिक सकूं तू आहे, पछाणू पी हिक कर, नानक आसड़ी निवाहे, मानुख परथाई लजीव दो। अगले महल्ले विच पंजवें पातशाह धन गुरु अर्जन देव महाराज बख्शिश करते हैं। कहते एक सकू तू आहे, एक से कहते एक, कहते एक नूं ही कहते तू अपना आसरा बनाना कर, एक परमेश्वर नूं। पछाणू भी हिक कर, पछाणू कहते इत्थे मित्र, पछाणू का अर्थ लगना मित्र। कहते भाई अपना एक ही तू एक दी आराधना कर, एक नूं चेते कर, ते एक परमेश्वर वाहिगुरु नूं ही तू अपना मित्र बनाना कर। होरनां दी तू आस छड़ दे, एक मालक उत्ते आसरा रखना कर, ते परमात्मा ही तेरा मित्र है, गुरु ही तेरा मित्र है, उन्होंने तू मित्र बना। नानक आसड़ी निवाहे, मानुख परथाई लजीव दो। जीव अपने जीवन च विचरदा होया, क्योंकि संसार विच साड़ी एक दूजे नाल सांझ हुंदी है, मनुख दी मनुख नाल सांझ, कार विहार करना, तो वह भी सांझ दे राही ही इस कारोबार च सफल हो सकते हैं। कारोबार खोलिया तो पार्टनरशिप करके कारोबार खोल लिया, ਜਾਂ कोई भी आपां संसार च विचरते हैं, साढ़े संबंध बने हुए ने, कारोबार रिलेशनशिप हर एक दी। पर सतगुरु महाराज कहते ने, कहते जीव आस रखता एक दूजे उत्ते,
कि मेरा मित्र है, मेरा ये सज्जन है, मेरा रिश्तेदार है, मेरा भरा है, मेरी भैन है, मेरे माता पिता, मेरे दादा दादी, मेरे नाना नानी, मामा मामी इत्यादक, ये आस रखदा कि मेरे जो मेरे उत्ते कोई समा आवेगा तो मेरी ये सहायता करनगे, मेरी बांह पकड़नगे। पर गुरु पातशाह कहते नहीं, कहते बंदे दा आसरा तकी जा रहा। बंदे दा आसरा ना चक, तू उस मालक दा आसरा तक। हालत बंदे दी इहो जी, सच्चा साहिब छड्ड के मन मकोए बंदे दा बंदा। कहते एक उत्ते आस रख, नानक आसड़ी निवाहे, मानुख परथाई लजीव दो। जिहड़ी मनुख उत्ते मनुख ने मनुख उत्ते टेक रखनी है, कहते ये नाल तैनूं लज्जा दे सहित होना पवेगा। मनुख दी तू आस ना रख, क्योंकि मानुख की टेक बृथी सब जान, देवन को एक भगवान, जिसका दिया रह अगाए, बहु न तृष्णा लागै आए। मारा राख एको आप, मानुकै किश नाही हाथ। कि मनुख दे हथ कुछ भी नहीं है। है बंदिया फिर मनुख दी तू टेक क्यों रखदा? मनुख का ही सहारा तकदा। जे आपां रब दा गुरु का सहारा तक लईए ना, कि नहीं गुरु ने सानू पैदा किया, गुरु ने रोजी रोटी का प्रबंध करना है, दुख सुख विच मेरे गुरु ने ही मेरी बांह पकड़नी है। तो सच जाने जिन्हों ये गुरु ते इन्ना विश्वास भरोसा हो जाए ना, फिर गुरु बांह पकड़ लैंदा। गुरु एक बारी पकड़ ले छड्डदा नहीं, दोबारा ही खाचाई है। बंदा बंदे दी बांह पकड़दा, दुख दी घड़ी आई, दुख वेले बंदा गुरु सरे साथ छड़ दिंदा है। परमेश्वर रूपी मित्र जद एक बारी बांह पकड़ लवे ना, फिर दोबारा वो छड़दा नहीं। फिर बेशक गुरु से जीव का शरीर भी खत्म, फिर भी वो साथ नहीं छड़ता। सच्चा मित्र है साडा गुरु, सच्चा मित्र है परमेश्वर। कहते एक परमेश्वर उत्ते आस रख, मनुख हो के मनुख की आस तकी जा रहा। कहते ये कहते तैनू किते ये ना होवे मालक की कचहरी विच ए बंदिया तैनू शर्मिंदगी महसूस करनी पवे। इस करके तू ये छड़ दे। पौड़ी निश्चल एक नारायणो, हर अगम अगाधा। सतगुरु के चरणों च सवाल करता, कहन लगे पातशाह जी आप जी ने ये दस्सिया कि सारा संसार फानी है, नाशवंत है, तो सतगुरु जिहड़ा सदैवी रहन वाला अचल, वो कौन है? किहड़ा संसार सदैवी रहन वाला? आप जी कृपा करके दसो। तो पातशाह कहते ने हर अगम अगाधा, जिहड़ा हरि मन की गमता तो परे है, अथाह है। कहते ऐसे परमेश्वर जिहड़ा एक है, नारायण नरां दा आयन नरां दा मालक है, वो वाहिगुरु ही कहते सदैवी रहन वाला है। वो अचल है, वो जम्मण मरण दे विच नहीं है। सच निश्चल नाम निधान है, जिस सिमरत हर लादा। होर की निश्चल है, होर किहड़ा अचल है? तो पातशाह कहते परमात्मा का नाम, वाहिगुरु का नाम की है? निधान, निधियां का खजाना। निधियां का खजाना परमेश्वर का नाम है। ये निधियां का खजाना मिलता किनू है? तो पातशाह कहते ने जिस सिमरत हर लादा, जिहड़ा उस मालक का सिमरन करदा, बंदगी करदा, उन्होंने फिर परमात्मा के दर तो हरि परमात्मा का नाम लभ जाता। जां इंज कह लीए उस जीव नूं फिर हरि लादा, हरि मिल जाता है, वो हरि नाल एक मिक हो जाता है। निश्चल कीर्तन गुण गोबिंद, गुरमुख गा वादा। निश्चल जिथे अचल हरि का नाम है, अचल गुरु सारे एक परमेश्वर वाहिगुरु आप है, उत्थे सतगुरु कहते ने
ਨਿਹਚਲ ਕੀਰਤਨ ਗੁਣ ਗੋਬਿੰਦ। ਜਿਹੜਾ ਗੁਰੂ ਦੇ ਗੁਣਾਂ ਦਾ ਗਹਿਣ ਕਰਨਾ, ਪਰਮੇਸ਼ਰ ਦੀ ਵਡਿਆਈ ਕਰਨੀ, ਆਪਣੀ ਰਸਨਾ ਦੇ ਰਾਹੀਂ ਉਸ ਮਾਲਕ ਦੀ ਕੀਰਤੀ ਕਰਨ। ਜਿਵੇਂ ਆਪ ਸੰਗਤਾਂ ਗੁਰੂ ਕੀਆਂ ਕਥਾ ਕਹਾਣੀਆਂ ਸੁਣਦੇ ਹਨ, ਗੁਰੂ ਕਾ ਕੀਰਤਨ ਆਪ ਸੁਣਦੇ ਹੋ, ਗੁਰਬਾਣੀ ਦਾ ਕੀਰਤਨ। ਇਹ ਕੀਰਤਨ ਨਬਦਾ ਭਗਤੀ ਹੈ, ਇਹ ਸਦੀਵੀ ਰਹਿਣ ਵਾਲੀ ਹੈ। ਤੇ ਦੇਖੋ ਗੁਰੂ ਸਵਾਰੇ ਜਦੋਂ ਜੀਵ ਚੜ੍ਹਾਈ ਕਰਦਾ ਨਾ, ਜੀਵ ਦੀ ਮੌਤ ਹੁੰਦੀ ਹੈ, ਤੇ ਜੀਵ ਦੀ ਮੌਤ ਵੇਲੇ ਉਸ ਤੋਂ ਬਾਅਦ ਅੰਤਮ ਕਿਰਿਆ ਕੀਤੀ ਜਾਂਦੀ ਹੈ। ਫਿਰ ਅਖੰਡ ਪਾਠ ਜਾਂ ਸਹਿਜ ਪਾਠ ਕਰਕੇ ਕੀਰਤਨ ਹੁੰਦਾ, ਅੰਤਮ ਅਰਦਾਸ ਹੁੰਦੀ ਹੈ। ਉਸ ਅੰਤਮ ਅਰਦਾਸ ਵੇਲੇ ਇਲਾਹੀ ਬਾਣੀ ਦਾ ਕੀਰਤਨ ਹੀ ਕੀਤਾ ਜਾਂਦਾ ਹੈ। ਤੇ ਗੁਰੂ ਸਾਹਿਬਾਨ ਇਸ ਕਰਕੇ ਆਖਦਾ ਕਿ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਫਿਰ ਪਾਤਸ਼ਾਹ ਕਹਿੰਦੇ ਨੇ, ਹਰ ਦਿਨ ਰੈਣ ਕੀਰਤਨ ਗਾਈਐ, ਬਹੁੜ ਨ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤਿਨ ਹੀ ਜਾਤਾ। ਐਨੀ ਮਹਾਨਤਾ ਕੀਰਤਨ ਦੱਸਣਾ ਕੀਤੀ ਹੈ। ਇੱਥੇ ਵੀ ਪਾਤਸ਼ਾਹ ਹੀ ਕਹਿ ਰਹੇ ਨੇ, ਨਿਹਚਲ ਕੀਰਤਨ, ਕਹਿੰਦੇ ਅਚਲ ਹੈ ਹਰੀ ਦਾ ਕੀਰਤਨ, ਹਰੀ ਦੀ ਕੀਰਤੀ। ਗੁਣ ਗੋਬਿੰਦ, ਗੁਰੂ ਤੇ ਉਸ ਪਰਮੇਸ਼ਰ ਦੇ ਗੁਣਾਂ ਦਾ ਗਹਿਣ ਕਰਨਾ, ਸਿਫਤ ਸਲਾਹ ਕਰਨੀ, ਉਹ ਵੀ ਨਿਹਚਲ ਹੈ। ਤੇ ਗੁਰਮੁਖ ਗਵਾਦਾ, ਜਿਹੜੇ ਗੁਰਮੁਖ ਹਨ, ਜਿਹੜੇ ਗੁਰੂ ਦੇ ਸਨਮੁਖ ਰਹਿਣ ਵਾਲੇ, ਗੁਰੂ ਦੀ ਸਿੱਖਿਆ ਅਨੁਸਾਰ ਚੱਲਣ ਵਾਲੇ ਨੇ, ਉਹ ਕਹਿੰਦੇ ਇਸ ਤਰੀਕੇ ਦੇ ਨਾਲ ਅਚਲ ਪਰਮੇਸ਼ਰ ਦੇ ਗੁਣਾਂ ਦਾ ਗਹਿਣ ਕਰਦੇ ਹਨ। ਸੱਚ ਧਰਮ ਤਪ ਨਿਹਚਲੋ, ਦਿਨ ਰਹਿਣ ਅਰਾਧਾ। ਤੇ ਅਗਲਾ ਵਚਨ ਸਤਿਗੁਰੂ ਜੀ ਕਰ ਰਹੇ ਹਨ ਧਰਮ ਦੀ, ਕਹਿੰਦੇ ਜਿਹੜਾ ਪਰਮਾਤਮਾ ਦਾ ਧਰਮ ਵਿੱਚ ਰਹਿ ਕੇ ਪਰਪੱਕ ਹੋ ਕੇ ਉਸ ਮਾਲਕ ਦੀ ਇਬਾਦਤ ਕਰਨੀ, ਜਿਸ ਧਰਮ ਵਿੱਚ ਸੱਚ ਹੈ। ਕਹਿੰਦੇ ਉਹ ਧਰਮ ਵੀ ਫਿਰ ਮਾਲਕ ਦੇ ਦਰ 'ਤੇ ਪ੍ਰਵਾਨ, ਉਹ ਵੀ ਸਦੀਵੀ ਰਹਿਣ ਵਾਲਾ। ਜਿਹੜਾ ਪਰਮਾਤਮਾ ਦੀ ਜਦ ਤਪ ਸਾਧਨਾ ਕਰਨੀ, ਭਾਵ ਸਿਮਰਨ ਕਰਨਾ, ਇੱਕ ਤਾਂ ਦਿਖਾਵੇ ਮਾਤਰ ਪਰਮਾਤਮਾ ਦੀ ਇਬਾਦਤ ਕਰਨੀ, ਲੰਮੀਆਂ ਸਮਾਧੀਆਂ ਲੈ ਲੈਣੀ ਤੇ ਮਨ 'ਚ ਹੰਕਾਰ ਭਰ ਜਾਣਾ, ਉੱਪਰ ਜਾਣਾ, ਉਹ ਨਹੀਂ। ਉਹ ਤਪ, ਜਿਸ ਤਪ ਨੂੰ ਕਰਨ ਦੇ ਰਾਹੀਂ ਸਾਡੀ ਸੁਰਤੀ ਜਿਹੜੀ ਹੈ ਕਰਤਾਰ ਵਿੱਚ ਪਹੁੰਚ ਜਾਵੇ, ਮਨ 'ਚੋਂ ਮੈਂ ਪੁਣਾ ਹੰਕਾਰ ਇਤਿਆਦਿ ਖਤਮ ਹੋ ਜਾਵੇ, ਉਸ ਤਪ ਦੀ ਸਤਿਗੁਰੂ ਗੱਲ ਕਰਦੇ ਨੇ। ਕਹਿੰਦੇ ਪਰਮੇਸ਼ਰ ਇਹ ਤਪ ਨਿਹਚਲ ਹੈ, ਸੱਚ ਧਰਮ ਨਿਹਚਲ ਹੈ। ਕਹਿੰਦੇ ਦਿਨ ਰਹਿਣ ਅਰਾਧਾ, ਜਿਹੜੇ ਦਿਨ ਰਾਤ ਉਸ ਮਾਲਕ ਦੀ ਆਰਾਧਨਾ ਕਰਦੇ ਹਨ, ਆਪਣੇ ਧਰਮ 'ਚ ਪਰਪੱਕ ਰਹਿੰਦੇ ਹਨ, ਉਹ ਕਹਿੰਦੇ ਉਹਨਾਂ ਦਾ ਜਪਿਆ ਹੋਇਆ ਨਾਮ ਧਰਮੀ ਪੁਰਸ਼ ਜਿਹੜੇ ਸਦੀਵੀ ਰਹਿੰਦੇ ਹਨ। ਦਇਆ ਧਰਮ ਤਪ ਨਿਹਚਲੋ, ਜਿਸ ਕਰਮ ਲਿਖਾਦਾ। ਜੀਵਾਂ ਉੱਤੇ ਦਇਆ ਕਰਨ, ਜੀ ਦਇਆ ਪ੍ਰਵਾਨ, ਆਪਣੇ ਧਰਮ ਵਿੱਚ ਪਰਪੱਕ ਰਹਿਣਾ, ਉਸ ਮਾਲਕ ਦੇ ਯਾਦ ਵਿੱਚ ਜੀਵਨ ਬਤੀਤ ਕਰਨਾ, ਇਹ ਸਦੀਵੀ ਹੈ। ਪਰ ਸਤਿਗੁਰੂ ਕਹਿੰਦੇ ਜਿਸ ਕਰਮ ਲਿਖਾਦਾ, ਜਿਹਨੇ ਧੁਰੋਂ ਦਰਗਾਹੋਂ ਇਹ ਕਰਮ ਲਿਖਾਏ ਹੋਏ ਨੇ, ਉਹੀ ਦਿਆਲੂ ਬਣਦਾ, ਉਹੀ ਧਰਮ ਵਿੱਚ ਪਰਪੱਕ ਰਹਿੰਦਾ ਹੈ, ਉਹੀ ਉਸ ਮਾਲਕ ਦੀ ਆਰਾਧਨਾ ਕਰਦਾ ਹੈ। ਨਿਹਚਲ ਮਸਤਕ ਲੇਖ ਲਿਖਿਆ, ਸੋ ਟਲੈ ਨਾ ਟਲਾਦਾ। ਕਹਿੰਦੇ ਜਿਹੜੇ ਮੱਥੇ ਦੇ ਲੇਖ ਲਿਖ ਦਿੱਤੇ ਪਰਮਾਤਮਾ ਨੇ, ਉਹ ਸਦੀਵੀ ਨੇ, ਉਹ ਮਿਟ ਨਹੀਂ ਸਕਦੇ ਹਨ। ਹੁਣ ਜਿੰਨੀ ਮਰਜ਼ੀ ਟਾਲਣ ਦੀ ਕੋਸ਼ਿਸ਼ ਕਰ ਲਈਏ, ਉਹ ਟਲਦੇ ਨਹੀਂ ਹਨ। ਨਿਹਚਲ ਸੰਗਤ ਸਾਧ ਜਨ, ਬਚਨ ਨਿਹਚਲ ਗੁਰ ਸਾਧਾ। ਸਤਿਗੁਰੂ ਕਹਿੰਦੇ ਨੇ ਜਿੱਥੇ ਗੁਰੂ ਕੀ ਸੰਗਤ ਹੁੰਦੀ ਹੋਵੇ, ਸਤ ਦੀ ਭਲੀ ਪ੍ਰਕਾਰ ਵਿਚਾਰ ਹੁੰਦੀ ਹੋਵੇ, ਉਹ ਗੁਰੂ ਕੀ ਸੰਗਤ ਕਹਿੰਦੇ ਉਹ ਵੀ ਅਚਲ ਹੈ, ਸਦੀਵ ਹੀ ਹੈ। ਤੇ ਬਚਨ ਨਿਹਚਲ ਗੁਰ ਸਾਧਾ। ਸਾਧਾ ਭਾਵ ਜਿਹੜੇ ਰੱਬ ਦੇ ਪਿਆਰੇ ਗੁਰੂ ਸਾਹਿਬਾਨ ਜੀ ਹਨ, ਸਾਧ ਗੁਰੂ ਹਨ, ਜਿਨ੍ਹਾਂ ਮਨ ਨੂੰ ਵਿਕਾਰਾਂ ਵੱਲੋਂ ਸਾਧਿਆ ਹੋਇਆ, ਇਹੋ ਜਿਹੇ ਗੁਰਮੁਖ ਪਿਆਰੇ ਸੰਤ ਮਹਾਂਪੁਰਖ,
ਉਹਨਾਂ ਦੇ ਬਚਨ ਜਿਹੜੇ ਨੇ ਅਚਲ ਹਨ, ਉਹਨਾਂ ਦੇ ਬਚਨ ਅਮੋੜ ਹਨ, ਕੋਈ ਮੋੜ ਨਹੀਂ ਸਕਦਾ ਹੈ। ਜਿਨ ਕੋ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ। ਪਰ ਕਹਿੰਦੇ ਸਤਿਗੁਰੂ ਜੀ ਉਹ ਕਿਹੜੇ ਨੇ ਜਿਹੜੇ ਹਰ ਸਮੇਂ ਪਰਮਾਤਮਾ ਦਾ ਸਿਮਰਨ ਕਰਦੇ, ਬੰਦਗੀ ਕਰਦੇ ਹਨ। ਤੇ ਗੁਰੂ ਪਾਤਸ਼ਾਹ ਜੀ ਅਖੀਰਲੀ ਪੰਗਤੀ 'ਚ ਬਚਨ ਕਰਦੇ ਹਨ, ਜਿਨ ਕੋ ਪੂਰਬ ਲਿਖਿਆ। ਪੂਰਬ ਪਹਿਲਾਂ ਤੋਂ ਹੀ ਧੁਰੋਂ ਦਰਗਾਹੋਂ ਜਿਹੜੇ ਆਪਣੇ ਮੱਥੇ ਦੇ ਲੇਖ ਲਿਖਾ ਕੇ ਆਏ ਹਨ, ਜਿਨ੍ਹਾਂ ਉੱਤੇ ਉਸ ਮਾਲਕ ਦੀ ਬਖਸ਼ਿਸ਼ ਹੋਈ ਹੈ, ਉਹਨਾਂ ਜੀਵਾਂ ਨੇ ਤਿੰਨ ਸਦਾ ਸਦਾ ਆਰਾਧਾ, ਸਦਾ ਸਦਾ ਸਦੀਵੀ ਕਾਲ ਲਈ ਉਸ ਪਰਮੇਸ਼ਰ ਨੂੰ ਆਰਾਧਨਾ ਕੀਤਾ, ਪਰਮੇਸ਼ਰ ਦੀ ਇਬਾਦਤ ਕੀਤੀ, ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਕੇ ਉਸ ਮਾਲਕ ਦੇ ਵਿੱਚ ਹੀ ਅਭੇਦ ਹੋ ਗਏ, ਲੀਨ ਹੋ ਗਏ, ਉਸ ਮਾਲਕ ਦਾ ਰੂਪ ਬਣ ਗਏ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ, ਅਨੇਕ